फाइनेंशियल एडमिनिस्ट्रेशन यानी कि वित्तीय प्रशासन। फाइनेंशियल एडमिनिस्ट्रेशन ਨੂੰ ਪਟਲਿਆ ਨੇ ਸਪੈਸ਼ਲ ਅਟੈਂਸ਼ਨ ਦਿੱਤੀ ਹੈ ਤੇ ਡਿਪਾਰਟਮੈਂਟ ਆਫ ਟ੍ਰੈਜਰੀ ਤੇ ਰੈਵਨਿਊ ਐਡਮਿਨਿਸਟ੍ਰੇਸ਼ਨ ਬਾਰੇ ਕਾਫੀ ਚਰਚਾ ਕੀਤੀ ਹੈ। ਤਾਂ ਫਾਈਨੈਂਸ ਡਿਪਾਰਟਮੈਂਟ ਦੀ ਜੇ ਗੱਲ ਕਰੀਏ, ਇਸ ਸੰਦਰਭ ਦੇ ਵਿੱਚ ਤਿੰਨ ਤਰੀਕੇ ਦੇ ਆਫੀਸਰਸ ਬਹੁਤ ਇੰਪੋਰਟੈਂਟ ਨੇ। ਕਲੈਕਟਰ ਜਨਰਲ ਜਿਹੜਾ ਕਿ ਰੈਵਨਿਊ ਕਲੈਕਸ਼ਨ ਲਈ ਰਿਸਪੌਂਸਿਬਲ ਹੈ। ਟ੍ਰੈਜਰਰ ਜਨਰਲ ਜਿਹੜਾ ਕਿ ਉਸ ਰੈਵਨਿਊ ਦੀ ਸਪਲਾਈ ਲਈ ਰਿਸਪੌਂਸਿਬਲ ਆ, ਮਤਲਬ ਐਕਸਪੈਂਡੀਚਰ ਲਈ। ਇੱਕ ਵਾਰੀ ਆਪਾਂ ਪੈਸਾ ਜਾਂ ਟੈਕਸਿਸ ਇਕੱਠੇ ਕਰ ਲਏ, ਮਟੀਰੀਅਲ ਇਕੱਠੇ ਕਰ ਲਏ, ਉਹਨਾਂ ਨੂੰ ਆਪਾਂ ਐਕਸਪੈਂਡੀਚਰ ਵੀ ਕਰਨਾ ਹੈਗਾ। ਜਦੋਂ ਸਪਲਾਈਜ਼ ਜਾਣਗੀਆਂ ਉਹ ਟ੍ਰੈਜਰਰ ਜਨਰਲ ਦਾ ਕੰਮ ਹੈ। ਫਿਰ ਸੁਪਰੀਟੈਂਡੈਂਟ ਆਫ ਅਕਾਊਂਟਸ ਜਿਹੜੇ ਕਿ ਅਕਾਊਂਟਿੰਗ ਦਾ ਕੰਮ ਕਰਦੇ ਸੀਗੇ। ਤਾਂ ਇਹ ਤਿੰਨ ਆਫਿਸਰਸ ਨੂੰ ਬਹੁਤ ਡਿਟੇਲ ਦੇ ਵਿੱਚ ਡਿਸਕਸ ਵੀ ਕੀਤਾ ਗਿਆ ਹੈਗਾ। ਤੇ ਜਿਹੜੇ ਡਿਸਟ੍ਰਿਕਟ ਅਕਾਊਂਟੈਂਟ ਸੀਗੇ, ਇਹ ਸੁਪਰੀਟੈਂਡੈਂਟ ਦੇ ਨੀਚੇ ਕੰਮ ਕਰਦੇ ਸੀ ਤੇ ਇਹ ਕਲੈਕਟਰ ਜਨਰਲ ਦੇ ਕੰਟਰੋਲ ਦੇ ਵਿੱਚ ਹੁੰਦੇ ਸੀ। ਤਾਂ ਡਿਸਟ੍ਰਿਕਟ ਅਕਾਊਂਟੈਂਟਸ ਵੀ ਨੇ ਜਿਹੜੇ ਕਲੈਕਟਰ ਜਨਰਲ ਦੇ ਕੰਟਰੋਲ ਦੇ ਵਿੱਚ ਨੇ, ਕਿਉਂਕਿ ਉਹਨਾਂ ਨੇ ਨਿਚਲੇ ਪੱਧਰ ਤੇ ਰੈਵਨਿਊ ਕਲੈਕਸ਼ਨ ਕਰਕੇ ਅਕਾਊਂਟਿੰਗ ਕਰਨੀ ਹੈ, ਕਿੰਨੇ ਪੈਸਾ ਆਇਆ ਉਹਨਾਂ ਕੋਲ, ਤੇ ਉਹਦੇ ਅੱਗੇ ਆਡਿਟਿੰਗ ਕਰਵਾਉਣੀ ਹੁੰਦੀ ਸੀ ਹਾਇਰ ਲੈਵਲ ਆਫਿਸਰਸ। ਆਡਿਟਸ ਤੇ ਅਕਾਊਂਟ, ਇਹ ਦੋਨੋਂ ਫੰਕਸ਼ਨਸ ਪਟਲਿਆ ਨੇ ਰੈਕਗਨਾਈਜ਼ ਕੀਤੇ ਤੇ ਦੋਨੋਂ ਹੀ ਫੰਕਸ਼ਨਸ ਜਿਹੜੇ ਹੈਗੇ ਨੇ ਸੁਪਰਡੈਂਟੈਂਟ ਆਫ ਅਕਾਊਂਟਸ ਦੇਖਦੇ ਸੀਗੇ ਤੇ ਇੱਕ ਹੀ ਆਫਿਸਰ ਦੇਖ ਰਿਹਾ ਹੈਗਾ ਦੋਨੋਂ ਕੰਮ ਨੂੰ। ਤਾਂ ਇਹ ਇੰਡੀਪੈਂਡੈਂਟ ਨਹੀਂ ਸੀ ਦੋਨੋਂ ਫੰਕਸ਼ਨਸ। ਹਾਂ, ਪਰ ਦੋਨੋਂ ਫੰਕਸ਼ਨਸ ਦੀ ਗੱਲ ਜ਼ਰੂਰ ਕੀਤੀ ਹੈ ਪਟਲਿਆ ਨੇ। ਸਮਹਰਤਾ ਕਲੈਕਟਰ ਜਨਰਲ ਨੂੰ ਸਮਹਰਤਾ ਨਾਮ ਨਾਲ ਵੀ ਆਪਾਂ ਜਾਣਦੇ ਸੀਗੇ। ਕਟਲਿਆ ਦੇ ਅਰਥ ਸ਼ਾਸਤਰ ਦੇ ਵਿੱਚ ਇਸ ਇਹ ਟਰਮੀਨੋਲੋਜੀ ਯੂਜ਼ ਕੀਤੀ ਗਈ ਹੈ। ਇਹਨੇ ਰੈਵਨਿਊ ਇਕੱਠਾ ਕਰਨਾ ਹੁੰਦਾ ਸੀ ਇਨ ਕੈਸ਼ ਜਾਂ ਕਾਈਂਡ, ਮਤਲਬ ਜਿਹੜਾ ਲੈਂਡ ਟੈਕਸ ਆ, ਇਰੀਗੇਸ਼ਨ ਟੈਕਸ ਆ, ਕਸਟਮ ਟੈਕਸ ਆ, ਰੋਡ ਟੈਕਸ ਆ, ਜਾਂ ਸ਼ੌਪ ਟੈਕਸ ਆ, ਫੈਰੀ ਟੈਕਸ, ਫੋਰੈਸਟ ਤੋਂ, ਕੋਈ ਮਾਈਨਸ ਤੋਂ, ਖਦਾਨਾਂ ਤੋਂ, ਮਤਲਬ ਕੋਈ ਆ ਰਹੀ ਹੈ ਸੋਰਸ ਆਫ ਇਨਕਮ ਹੈਗਾ। ਕਰਾਊਨ ਲੈਂਡਸ ਜਿਹੜੀਆਂ ਰਾਜੇ ਦੀ ਆਪਣੀ ਜ਼ਮੀਨ ਹੁੰਦੀ ਹੈ। ਫੀਸ ਕੋਈ ਕਰਾਫਟਮੈਨ, ਜਿਹੜੇ ਕਰਾਫਟਮੈਨ ਹੁੰਦੇ ਸੀਗੇ, ਵਪਾਰੀ ਹੁੰਦੇ ਸੀ, ਉਹਨਾਂ ਤੋਂ ਫੀਸ ਵਗੈਰਾ ਕੁਝ ਕਲੈਕਟ ਕਰਨੀ ਆ। ਤਾਂ ਇਹ ਸਾਰਾ ਜਿਹੜਾ ਰੈਵਨਿਊ ਆ, ਇਹ ਸਮਹਰਤਾ ਕਲੈਕਟ ਕਰ ਰਿਹਾ ਹੈਗਾ। ਤੇ ਇਨ ਕੈਸ਼ ਜਾਂ ਕਾਈਂਡ, ਮਤਲਬ ਕੈਸ਼ 'ਚ ਵੀ ਜਾਂ ਕਰੰਸੀ ਦੇ ਫਾਰਮ ਦੇ ਵਿੱਚ ਵੀ ਲੈ ਸਕਦਾ, ਜਾਂ ਕਾਈਂਡ ਕੋਈ ਉਸ ਤੋਂ ਚੀਜ਼ ਲੈ ਸਕਦੇ ਆ, ਜਿਵੇਂ ਲੈਂਡ ਟੈਕਸ ਇਕੱਠਾ ਕਰਨ ਲਈ ਅਨਾਜ ਲੈ ਸਕਦੇ। ਉਸ ਤੋਂ ਬਾਅਦ ਅੱਗੇ ਗੱਲ ਕਰੀਏ ਤਾਂ ਜਿਹੜੇ ਸੋਰਸਿਸ ਆਫ ਰੈਵਨਿਊ ਕੀ ਸੀ, ਕਿਉਂਕਿ ਕਲੈਕਟਰ ਜਨਰਲ ਰੈਵਨਿਊ ਇਕੱਠਾ ਕਰ ਰਿਹਾ ਸੀ। ਐਗਰੀਕਲਚਰ ਲੈਂਡ ਤੇ ਟੈਕਸ ਸੀਗਾ, ਮਾਈਨਸ ਤੇ ਮੈਟਲਰਜੀ, ਐਨੀਮਲ ਹਸਬੈਂਡਰੀ, ਇਰੀਗੇਸ਼ਨ ਵਰਕਸ, ਜੰਗਲ, ਕੋਈ ਇੰਡਸਟਰੀ ਹੈਗੀ ਟੈਕਸਟਾਈਲਸ ਦੀ, ਲਿਕਰ ਦੀ, ਪ੍ਰੋਸਟੀਟਿਊਸ਼ਨ, ਐਂਟਰਟੇਨਰਸ, ਉਹਨਾਂ ਤੇ ਵੀ ਟੈਕਸ ਸੀਗਾ। ਬੈਟਿੰਗ ਗੈਂਬਲਿੰਗ ਤੇ ਕੋਈ ਟ੍ਰਾਂਜੈਕਸ਼ਨ ਹੋ ਰਹੀ ਆ ਉਹ ਤੇ ਟੈਕਸ ਸੀ। ਫੀਸ ਜਾਂ ਚਾਰजेस ਜੇ ਕੋਈ ਸਰਵਿਸ ਸਟੇਟ ਪ੍ਰੋਵਾਈਡ ਕਰ ਰਹੀ ਹੈਗੀ ਆ, ਟ੍ਰੇਡ ਤੇ ਟੈਕਸ ਸੀ। ਤਾਂ ਇਹ ਬਹੁਤ ਤਰੀਕੇ ਦੇ ਜਿਹੜੇ ਸੋਰਸਿਸ ਆਫ ਰੈਵਨਿਊ ਸੀਗੇ ਉਸ ਵੇਲੇ ਮੌਜੂਦ ਸੀਗੇ ਤੇ ਅਰਥ ਸ਼ਾਸਤਰ ਦੇ ਵਿੱਚ ਇਹ ਡਿਟੇਲਡ ਮੈਂਸ਼ਨ ਕੀਤੀ ਗਈ ਹੈਗੀ। ਆਫਿਸਰ ਜਿਹੜੇ ਹੈਗੇ ਸੀ ਇੰਪੋਜ਼ ਕਰ ਸਕਦੇ ਸੀ ਟੈਕਸਿਸ ਤੇ ਕਲੈਕਟ ਕਰ ਸਕਦੇ ਸੀ, ਪਰ ਓਨਾ ਹੀ ਟੈਕਸ ਜਿੰਨਾ ਡਿਊ ਹੈਗਾ ਲੋਕਾਂ ਤੋਂ ਤੇ ਰੀਜ਼ਨੇਬਲ ਹੋਵੇ, ਜ਼ਿਆਦਾ ਨਾ ਹੋਵੇ। ਤੇ ਜਿਹੜੇ ਟੈਕਸ ਪੇਅਰ ਦੀ ਲਿਸਟ ਆ ਉਹ ਬਣਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਅਰਥ ਸ਼ਾਸਤਰ ਦੇ ਵਿੱਚ। ਤੇ ਇਸ ਤਰੀਕੇ ਦਾ ਵੀ ਲਿਸਟ ਬਣਨੀ ਚਾਹੀਦੀ ਆ ਵੀ ਕਿਹੜੇ ਪਿੰਡਾਂ ਦੇ ਵਿੱਚ ਟੈਕਸ ਨਹੀਂ ਹੈਗਾ, ਟੈਕਸ ਐਗਜ਼ੈਂਪਟ ਪਿੰਡ ਨੇ, ਕਿਹੜੇ ਜਿਹੜੇ ਪਿੰਡ ਨੇ ਉਹ ਟੈਕਸ ਪੇਇੰਗ ਨੇ, ਟੈਕਸ ਪੇਮੈਂਟ ਤੋਂ ਐਗਜ਼ੈਂਪਟ ਜਿਹੜੇ ਲੋਕ ਨੇ ਉਹ ਕਿਹੜੇ ਕਿਹੜੇ ਨੇ। ਤਾਂ ਉਹਨਾਂ ਦੀ ਲਿਸਟ ਵੀ ਹੋਣੀ ਚਾਹੀਦੀ ਹੈਗੀ ਆ। ਫਿਰ ਦੂਸਰਾ ਆਫਿਸਰ ਟ੍ਰੈਜਰਰ ਜਨਰਲ, ਇਸਨੂੰ ਸਮਨੀ ਦਫ਼ਤਰਾ ਵੀ ਕਿਹਾ ਜਾਂਦਾ ਸੀਗਾ। ਤੇ ਇਹਦੇ ਹੇਠ ਦੋ ਹੋਰ ਆਫਿਸਰ ਜਿਹੜੇ ਕੰਮ ਕਰਦੇ ਸੀ, ਚੀਫ ਸੁਪਰੀਟੈਂਡੈਂਟ ਆਫ ਟ੍ਰੈਜਰੀ, ਸੁਪਰੀਟੈਂਡੈਂਟ ਆਫ ਵੇਅਰ ਹਾਊਸਿਸ। ਇਹਦਾ ਡਾਇਰੈਕਟ ਕੰਟਰੋਲ ਹੁੰਦਾ ਸੀ ਟ੍ਰੈਜਰੀ ਦੇ ਉੱਪਰ ਤੇ ਸਮਨੀ ਦਫ਼ਤਰਾ ਦੇ ਅੰਡਰ ਇਹ ਦੋਨੋਂ ਆਫਿਸਰਸ ਕੰਮ ਕਰਦੇ ਸੀਗੇ। ਤੇ ਜਿਹੜਾ ਕਟਲਿਆ ਹੈਗਾ ਉਹਨੇ ਵਾਰਨ ਕੀਤਾ ਵੀ ਜਿਹੜੇ ਟੈਕਸ ਤੋਂ ਪੈਸਾ ਇਕੱਠਾ ਕਰ ਰਿਹਾ ਰੈਵਨਿਊ ਸੋਰਸਿਸ ਨੇ, ਉਹਨੂੰ ਮਿਸਐਪਰੋਪ੍ਰੀਏਟ ਕੀਤਾ ਜਾ ਸਕਦਾ ਆਫੀਸ਼ੀਅਲ ਦੁਆਰਾ, ਜਾਂ ਫਾਲਸ ਅਕਾਊਂਟਿੰਗ ਕੀਤੀ ਜਾ ਸਕਦੀ ਆ, ਜਾਂ ਕਲੈਕਸ਼ਨ ਇਸ ਤਰੀਕੇ ਦੀ ਗਲਤ ਕੀਤੀ ਜਾ ਸਕਦੀ ਆ, ਜਾਂ ਉਹ ਜਦੋਂ ਪੈਸਾ ਟ੍ਰੈਜਰੀ 'ਚ ਪਾਉਣ ਲਈ ਜਾ ਰਿਹਾ ਹੈਗਾ ਉਹਦੀ ਲੂਟ ਹੋ ਸਕਦੀ ਆ, ਉਹਨੂੰ ਲੁੱਟਿਆ ਜਾ ਸਕਦਾ। ਤਾਂ ਜਿਹੜੇ ਗਵਰਨਮੈਂਟ ਸਰਵੈਂਟ ਨੇ ਉਹ ਮਿਸਐਪਰੋਪ੍ਰੀਏਟ ਕਰ ਸਕਦੇ ਨੇ ਪਬਲਿਕ ਮਨੀ ਨੂੰ, ਮਤਲਬ ਰਿਸ਼ਵਤਖੋਰੀ ਜਿਵੇਂ ਬ੍ਰਾਈਬਰੀ ਹੁੰਦੀ ਆ ਉਸ ਤਰੀਕੇ ਨਾਲ ਗਲਤ ਤਰੀਕੇ ਨਾਲ ਪੈਸਾ ਵਰਤ ਸਕਦੇ ਨੇ। ਤੇ ਇਹ ਇਨਐਵਿਟੇਬਲ ਆ। ਕੌਟਲਿਆ ਕਹਿ ਰਿਹਾ ਜਿਵੇਂ ਕਿਸੇ ਦੇ ਜੀਭ ਤੇ ਸ਼ਹਿਦ ਆ ਤੇ ਉਹਨੂੰ ਟੇਸਟ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ ਉਸ ਸ਼ਹਿਦ ਨੂੰ,
ਉਸੇ ਤਰੀਕੇ ਨਾਲ ਜਿਹੜਾ ਸਰਕਾਰੀ ਕਰਮਚਾਰੀ ਆ ਉਹ ਮਿਸਐਪਰੋਪ੍ਰੀਏਟ ਕਰੂਗਾ ਪਬਲਿਕ ਮਨੀ ਨੂੰ। ਤਾਂ ਕਰਪਸ਼ਨ ਬਾਰੇ ਉਹਨੇ ਗੱਲ ਕੀਤੀ ਹੈ। ਫਿਰ ਬਜਟਿੰਗ, ਫਾਈਨੈਂਸ਼ੀਅਲ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੀ ਬਜਟ ਆ ਗਿਆ। ਡਿਟੇਲਡ ਅਕਾਊਂਟ ਆਫ ਇਨਕਮ ਐਂਡ ਐਕਸਪੈਂਡੀਚਰ ਹੁੰਦਾ ਹੈਗਾ ਬਜਟ। ਤਾਂ ਇਨਕਮ ਦੇ ਸੋਰਸਿਸ ਲਿਸਟ ਕੀਤੇ ਗਏ ਸੀਗੇ, ਕਰਜ਼ਾ, ਡਿਊਜ਼ ਰਿਕਵਰ ਹੋਣੀਆਂ, ਕਿਸੇ ਤੋਂ ਆਪਾਂ ਪੈਸਾ ਵਾਪਿਸ ਲੈਣਾ ਹੈਗਾ ਸਟੇਟ ਨੇ, ਫਾਈਨਸ ਜਿਹੜੇ ਸਰਕਾਰ ਦੇ ਸਰਵੈਂਟਸ ਦਿੰਦੇ ਸੀਗੇ, ਪੈਨਲਟੀਜ਼, ਕੋਈ ਗਿਫਟ ਆ ਗਿਆ, ਕਿਸੇ ਦੀ ਪ੍ਰਾਪਰਟੀ ਕਨਫਿਸਕੇਟ ਹੋਈ, ਕੋਈ ਟ੍ਰੈਜਰ ਟਰੋਵ ਲੱਭਿਆ ਹੈਗਾ, ਟ੍ਰੈਜਰ ਲੱਭਿਆ ਹੈਗਾ। ਤਾਂ ਇਸ ਤਰੀਕੇ ਦੇ ਬਹੁਤ ਸਾਰੇ ਇਨਕਮ ਸੋਰਸਿਸ ਲਿਸਟ ਕੀਤੇ ਗਏ ਤੇ ਇਹਨਾਂ ਦੇ ਵਿੱਚ ਅਕਾਊਂਟਿੰਗ ਜਿਹੜੀ ਜਦੋਂ ਹੁੰਦੀ ਸੀਗੀ ਤਾਂ ਇਨਕਮ ਸੋਰਸਿਸ ਦੀ ਅਕਾਊਂਟਿੰਗ ਹੁੰਦੀ ਸੀ ਵੀ ਇਸ ਸੋਰਸ ਤੋਂ ਇੰਨੀ ਇਨਕਮ ਆਈ ਆ, ਤਾਂ ਪ੍ਰੋਪਰ ਇਨਕਮ ਦਾ ਜਿਹੜਾ ਹੈਗਾ ਬਜਟਿੰਗ ਹੁੰਦੀ ਸੀਗੀ। ਇਸੇ ਤਰੀਕੇ ਨਾਲ ਐਕਸਪੈਂਡੀਚਰ ਦਾ ਵੀ ਅਕਾਊਂਟਿੰਗ ਹੁੰਦੀ ਸੀ, ਸੈਪਰੇਟ ਹੈਡ ਹੁੰਦੇ ਸੀ, ਡੇ ਟੂ ਡੇ ਐਡਮਿਨਿਸਟ੍ਰੇਸ਼ਨ ਲਈ ਅੱਡ ਹੈਡ ਹੁੰਦਾ ਸੀਗਾ, ਉਹਦੇ ਤਹਿਤ ਸਾਰਾ ਲਿਖਿਆ ਜਾਂਦਾ ਸੀ ਖਰਚਾ। ਜੇ ਕੋਈ ਵਰਸ਼ਿਪ ਤੇ ਚੈਰਿਟੀ ਤੇ ਖਰਚਾ ਹੈ ਉਹ ਅੱਡ ਤਰੀਕੇ ਨਾਲ ਲਿਖਿਆ ਜਾਂਦਾ ਸੀਗਾ, ਅੱਡ ਡਾਕੂਮੈਂਟਸ ਤੇ, ਪੈਲੇਸ ਤੇ ਖਰਚਾ ਹੁੰਦਾ ਸੀ, ਐਡਮਿਨਿਸਟ੍ਰੇਸ਼ਨ ਤੇ, ਫੋਰਨ ਅਫੇਅਰਸ ਤੇ, ਗ੍ਰੈਨਰੀ ਤੇ, ਸਟੋਰਸ ਤੇ, ਵੇਅਰ ਹਾਊਸਿਸ ਜਿਹੜੇ ਸਰਕਾਰੀ ਮੈਨੂਫੈਕਚਰਿੰਗ, ਡਿਫੈਂਸ ਲਈ ਮਿਲਟਰੀ ਵਗੈਰਾ ਤੇ, ਜਾਂ ਕੈਟਲ, ਫੋਰੈਸਟ ਤੇ, ਗੇਮ ਸੈਂਚੁਰੀਜ਼ ਜਿਹੜੀਆਂ ਹੈਗੀਆਂ ਨੇ, ਫਾਇਰਵੁੱਡ ਫੋਡਰ ਇਕੱਠਾ ਕਰਨਾ। ਤਾਂ ਇਹ ਜਿਹੜੇ ਐਕਸਪੈਂਡੀਚਰ ਦੇ ਹੈਡ ਨੇ ਇਹ ਵੀ ਡਿਫਰੈਂਟ ਤਰੀਕੇ ਨਾਲ ਡਿਫਰੈਂਟ ਹੁੰਦੇ ਸੀ ਤੇ ਉਹਨਾਂ ਨੂੰ ਅੱਡ ਡਾਕੂਮੈਂਟ ਕੀਤਾ ਜਾਂਦਾ ਸੀ ਤੇ ਪੇਸ਼ ਕੀਤਾ ਜਾਂਦਾ ਸੀ। ਤਾਂ ਬਜਟਿੰਗ ਦਾ ਕਨਸੈਪਟ ਹੈਗਾ ਕਟਲਿਆ ਦੇ ਅਰਥ ਸ਼ਾਸਤਰ ਦੇ ਵਿੱਚ। ਫਾਈਨੈਂਸ਼ੀਅਲ ਅਕਾਊਂਟੇਬਿਲਟੀ, ਇਹ ਵੀ ਫਾਈਨੈਂਸ਼ੀਅਲ ਐਡਮਿਨਿਸਟ੍ਰੇਸ਼ਨ ਨਾਲ ਜੁੜੀ ਗਈ ਹੈ ਤੇ ਅਕਾਊਂਟੇਬਿਲਟੀ ਦਾ ਇਹ ਆ ਵੀ ਆਂਸਰੇਬਿਲਿਟੀ ਹੋਵੇ ਆਫੀਸਰਸ ਦੀ। ਤਾਂ ਉਸ ਦੇ ਲਈ ਪ੍ਰੋਪਰ ਮੇਨਟੇਨੈਂਸ ਆਫ ਅਕਾਊਂਟਸ, ਇਹਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਅਰਥ ਸ਼ਾਸਤਰ ਦੇ ਵਿੱਚ ਵੀ ਇਹ ਹੋਣਾ ਚਾਹੀਦਾ ਹੈਗਾ। ਇਨਕਮ ਤੇ ਐਕਸਪੈਂਡੀਚਰ ਨੂੰ ਅਕਾਊਂਟਿੰਗ ਕੀਤੀ ਜਾਵੇ, ਅਕਾਊਂਟ ਬੁੱਕਸ ਪ੍ਰੋਪਰ ਫਾਰਮ 'ਚ ਮੈਂਡੇਟਰੀ ਹੋਣ, ਫਿਲ ਹੋ ਕੇ ਉਹ ਰੱਖਿਆ ਜਾਣੀਆਂ ਚਾਹੀਦੀਆਂ ਨੇ। ਤੇ ਅਕਾਊਂਟ ਆਫਿਸਰ ਦੀ ਜ਼ਿੰਮੇਵਾਰੀ ਹੈ ਜਦੋਂ ਵੀ ਉਹਨਾਂ ਨੂੰ ਬੁਲਾਇਆ ਜਾਵੇ ਉਹ ਆਪਣੀ ਅਕਾਊਂਟ ਬੁੱਕਸ ਪੇਸ਼ ਕਰਨ ਤੇ ਹਰ ਮਹੀਨੇ ਉਹ ਅਕਾਊਂਟਸ ਜਿਹੜੇ ਹੈਗੇ ਨੇ ਸਬਮਿਟ ਕਰਨ ਸਰਕਾਰ ਨੂੰ, ਸੈਂਟਰਲ ਅਥਾਰਟੀ ਨੂੰ। ਅਦਰਵਾਈਜ਼ ਜੇ ਉਹ ਫੇਲ ਹੋ ਜਾਂਦੇ ਸੀ ਤਾਂ ਉਹਨਾਂ ਨੂੰ ਪਨਿਸ਼ ਵੀ ਕੀਤਾ ਜਾ ਸਕਦਾ। ਤੇ ਆਡਿਟ ਲਈ ਹਮੇਸ਼ਾ ਉਹ ਤਿਆਰ ਰਹਿਣ, ਜਦੋਂ ਵੀ ਕੋਈ ਸਮੇਂ ਅਪਾਇੰਟ ਹੁੰਦਾ ਵੀ ਇਹ ਸਮੇਂ ਦੇ ਵਿੱਚ ਆਪਾਂ ਆਡਿਟ ਕਰਨਾ ਤਾਂ ਉਹ ਆਪਣੇ ਅਕਾਊਂਟ ਬੁੱਕਸ ਤੇ ਜਿਹੜੀ ਵੀ ਇਨਕਮ ਟ੍ਰੈਜਰੀ ਦੇ ਵਿੱਚ ਪਾਉਣੀ ਹੈਗੀ ਆ ਉਹ ਲੈ ਕੇ ਆਉਣ ਤੇ ਉਹਨਾਂ ਦੀ ਆਡਿਟਿੰਗ ਹੋਊਗੀ ਉੱਥੇ। ਫਿਰ ਉਹਨਾਂ ਲਈ ਕੋਡ ਆਫ ਕੰਡਕਟ ਸੀਗੇ, ਜਿਹੜੇ ਉਹ ਵਾਇਲੇਟ ਕਰਦੇ ਨੇ ਤਾਂ ਉਹਨਾਂ ਨੂੰ ਪਨਿਸ਼ ਕੀਤਾ ਜਾਂਦਾ ਸੀ। ਜਿਹੜੇ ਹਾਇਰ ਲੈਵਲ ਆਫੀਸਰ ਸੀਗੇ ਉਹਨਾਂ ਨੂੰ ਪੈਨਲਟੀ ਦਿੱਤੀ ਜਾਂਦੀ ਸੀ ਜੋ ਫਾਈਨੈਂਸ਼ੀਅਲੀ ਕੋਈ ਮਿਸਐਪਰੋਪ੍ਰੀਏਸ਼ਨ ਕਰਦੇ ਨੇ, ਫਾਈਨੈਂਸ਼ੀਅਲ ਐਡਮਿਨਿਸਟ੍ਰੇਸ਼ਨ ਗਲਤ ਤਰੀਕੇ ਨਾਲ ਕਰ ਰਹੇ ਨੇ, ਜਿਵੇਂ ਕਿ ਇਨਡਿਫਰੈਂਸ ਟੂ ਵਰਕ, ਡਿਰੈਲਿਕਸ਼ਨ ਆਫ ਡਿਊਟੀ ਨਹੀਂ ਕਰ ਰਹੇ, ਫਾਈਨੈਂਸ਼ੀਅਲ ਲਾਸ ਕਰ ਰਹੇ ਨੇ ਸਰਕਾਰ ਨੂੰ, ਤਾਂ ਜਿਹੜੇ ਇੰਸਪੈਕਟਰਸ ਨੇ ਉਹਨਾਂ ਨੂੰ ਪਨਿਸ਼ ਕੀਤਾ ਜਾਂਦਾ ਸੀਗਾ। ਫਿਰ ਜਿਹੜੀ ਅਕਾਊਂਟਿੰਗ ਆ ਉਹ ਆਡਿਟ ਤੋਂ ਸੈਪਰੇਟ ਸੀ ਪਰ ਸੇਮ ਆਫੀਸਰਸ ਹੀ ਉਸ ਕੰਮ ਨੂੰ ਸੁਪਰਵਾਈਜ਼ ਕਰ ਰਹੇ ਸੀ। ਤਾਂ ਇਹ ਪਹਿਲਾਂ ਵੀ ਆਪਾਂ ਇਸ ਦੇ ਉੱਤੇ ਚਰਚਾ ਕੀਤੀ ਆ। ਅਕਾਊਂਟਿੰਗ ਤੇ ਆਡਿਟ ਦੋ ਵੱਖਰੀਆਂ ਚੀਜ਼ਾਂ ਨੇ, ਅਰਥ ਸ਼ਾਸਤਰ ਦੇ ਵਿੱਚ ਮੈਂਸ਼ਨ ਆ, ਮਤਲਬ ਕੋਟਲਿਆ ਦੇ ਦਿਮਾਗ ਦੇ ਵਿੱਚ ਇਹ ਹੈਗਾ ਸੀ। ਫਿਰ ਚੀਟਿੰਗ ਦੀ ਗੱਲ ਕੀਤੀ ਗਈ ਹੈ ਵੀ ਸਰਕਾਰ ਨੂੰ ਚੀਟਿੰਗ ਹੋ ਸਕਦੀ ਹੈਗੀ ਹੈ, ਜਿਹੜੇ ਆਫੀਸਰਸ ਨੇ ਚੀਟ ਕਰ ਸਕਦੇ ਨੇ, ਪਬਲਿਕ ਨੂੰ ਐਕਸਪਲੋਇਟ ਕਰ ਸਕਦੇ ਨੇ ਤੇ ਫਾਈਨੈਂਸ਼ੀਅਲ ਮਿਸਬਿਹੇਵੀਅਰ ਕਰ ਸਕਦੇ ਨੇ। ਤਾਂ ਉਸ ਦੇ ਲਈ ਪਨਿਸ਼ਮੈਂਟਸ ਨੇ। ਕਟਲਿਆ ਨੇ 40 ਡਿਫਰੈਂਟ ਤਰੀਕੇ ਦੱਸੇ ਜਿਹਦੇ ਨਾਲ ਫਾਈਨੈਂਸ਼ੀਅਲੀ ਮਿਸਬਿਹੇਵ ਕਰ ਸਕਦੇ ਨੇ ਫਾਈਨੈਂਸ਼ੀਅਲ ਆਫੀਸਰ ਜਿਹੜੇ ਹੈਗੇ ਨੇ, ਐਮਬੈਜ਼ਲਮੈਂਟ, ਫਰਾਡ ਤੇ ਸਟੀਲਿੰਗ ਦੇ, ਮਤਲਬ ਇਸ ਤਰੀਕੇ ਨਾਲ ਕਰਪਸ਼ਨ ਹੋ ਸਕਦੀ ਹੈ ਸਰਕਾਰ 'ਚ। ਜਿਵੇਂ ਕਿ ਗਵਰਨਮੈਂਟ ਪ੍ਰਾਪਰਟੀ ਨੂੰ ਪਰਸਨਲ ਵਰਕ ਲਈ ਯੂਜ਼ ਕਰਨਾ, ਫਾਲਸੀਫਿਕੇਸ਼ਨ ਆਫ ਡੇਟ, ਮਤਲਬ ਡੇਟ ਉੱਪਰ ਨੀਚੇ ਕਰਦੇ ਨਹੀਂ ਪੈਸੇ, ਜਿਹੜੇ ਟੈਕਸੇਸ਼ਨ ਇਕੱਠਾ ਹੋ ਰਿਹਾ ਹੈਗਾ ਤਾਂ ਜਾਲੀ ਕੰਮ ਕਰ ਰਹੇ ਨੇ ਇਸ ਤਰੀਕੇ ਨਾਲ ਇਹ। ਕੋਈ ਜਿਹੜਾ ਰੈਵਨਿਊ ਹੈਗਾ ਉਹ ਟ੍ਰੈਜਰੀ ਦੇ ਵਿੱਚ ਨਾ ਪਾਇਆ ਗਿਆ, ਜਿਹੜੀ ਇਨਕਮ ਰਿਸੀਵ ਹੋ ਰਹੀ ਆ ਉਹਨੂੰ ਮਿਸ ਰਿਪਰੈਜ਼ੈਂਟ ਕਰਨਾ, ਉੱਪਰ ਨੀਚੇ ਕਰਨਾ ਵੀ ਇਹ ਇਨਕਮ ਇੰਨੀ ਹੀ ਆਈ ਹੈ ਤੇ ਸ਼ੋਅ ਕਰਨਾ ਘੱਟ ਆਈ ਹੈ। ਫੇਵਰ ਸ਼ੋਨ ਫॉर ਮਨੀ, ਮਤਲਬ ਕੋਈ ਪੈਸੇ ਦੇ ਆ ਉਹਦੇ ਤੇ ਫੇਵਰ ਕਰਤਾ, ਟੈਕਸ ਘੱਟ ਇਕੱਠਾ ਕੀਤਾ, ਇਸ ਤਰੀਕੇ ਦੀਆਂ ਗੱਲਾਂ ਹੋ ਸਕਦੀਆਂ ਨੇ। ਤਾਂ 40 ਡਿਫਰੈਂਟ ਵੇਜ਼ ਕੋਟਲਿਆ ਦੱਸਦਾ ਹੈਗਾ ਤੇ ਫਾਈਨੈਂਸ਼ੀਅਲ ਅਕਾਊਂਟੇਬਿਲਟੀ ਕ੍ਰੀਏਟ ਕਰਨ ਲਈ ਉਹਨਾਂ ਲਈ ਪਨਿਸ਼ਮੈਂਟ ਦੱਸਦਾ ਵੀ ਉਹਨਾਂ ਨੂੰ ਪਨਿਸ਼ ਕਰਨਾ ਚਾਹੀਦਾ ਜੇ ਇਸ ਤਰੀਕੇ ਦਾ ਉਹ ਕੰਮ 'ਚ ਇਨਵੋਲਵਮੈਂਟ ਦਿਖਾਉਂਦੇ ਨੇ। ਤਾਂ ਫਾਈਨੈਂਸ਼ੀਅਲ ਐਡਮਿਨਿਸਟ੍ਰੇਸ਼ਨ ਕੋਟਲਿਆ ਨੇ ਕਾਫੀ ਡਿਟੇਲ 'ਚ ਡਿਸਕਸ ਕੀਤੀ।